ਵੈਲਕਮ ਮਾਈ ਡੀਅਰ ਸਟੂਡੈਂਟਸ। ਅੱਜ ਆਪਾਂ 10th ਕਲਾਸ ਦੇ ਫਸਟ ਚੈਪਟਰ ਦੀ ਰਿਵੀਜ਼ਨ ਕਰਨ ਜਾ ਰਹੇ ਹਾਂ। ਦੇਖੋ ਬੇਟਾ, ਫਸਟ ਕੁਐਸਚਨ ਹੈ ਐਕਸਰਸਾਈਜ਼ 1.1 ਦਾ, ਯੂਕਲਿਡ ਡਿਵੀਜ਼ਨ ਐਲਗੋਰਿਥਮ ਟੂ ਫਾਈਂਡ ਦ HCF। ਠੀਕ ਹੈ, ਮੈਂ ਤੁਹਾਨੂੰ ਇੱਕ ਕੁਐਸਚਨ ਸਮਝਾਉਣੀ ਇਹਦਾ। ਦੇਖੋ ਬੇਟਾ, ਸਭ ਤੋਂ ਪਹਿਲਾਂ ਯੂਕਲਿਡ ਐਲਗੋਰਿਥਮ ਹੈ ਕੀ ਆ। ਜਿਵੇਂ ਆਪਾਂ ਕਿਸੇ ਰਕਮ ਨੂੰ ਡਿਵਾਈਡ ਕਰਦੇ ਹਾਂ, ਮੰਨ ਲਓ B ਰਕਮ ਆ, ਠੀਕ ਹੈ ਨਾ, ਆਪਾਂ A ਨਾਲ ਡਿਵਾਈਡ ਕਰਦੇ ਹਾਂ ਤਾਂ ਕੁਐਸਚਨ ਕਿੰਨਾ ਆ ਗਿਆ Q, ਠੀਕ ਹੈ। ਰਿਮਾਈਂਡਰ ਕਿੰਨਾ ਆ ਗਿਆ ਆਪਣੇ ਕੋਲ, ਮੰਨ ਲਓ R, ਠੀਕ ਹੈ। ਤਾਂ ਯੂਕਲਿਡ ਡਿਵੀਜ਼ਨ ਐਲਗੋਰਿਥਮ ਦੇ ਅਕੋਰਡਿੰਗ ਜਿਹੜਾ B ਆ ਡਿਵੀਡੈਂਡ ਆ ਉਹ ਕਿਹਦੇ ਬਰਾਬਰ ਹੋਊਗਾ, ਕੋਸ਼ੈਂਟ, ਠੀਕ ਹੈ, Q ਇੰਟੂ ਡਿਵਾਈਜ਼ਰ ਕਿੰਨਾ ਆਪਣੇ ਕੋਲ A ਪਲੱਸ ਰਿਮਾਈਂਡਰ, ਠੀਕ ਹੈ ਜੀ। ਜਦ ਇਹ ਫਾਰਮੂਲਾ ਬਣ ਗਿਆ B ਇਜ਼ ਇਕੁਅਲ ਟੂ AQ ਪਲੱਸ R, ਠੀਕ ਹੈ ਜੀ। ਹੁਣ ਦੇਖੋ ਜਿਹੜਾ ਰਿਮਾਈਂਡਰ ਆ R ਦੀ ਵੈਲਿਊ ਆ ਉਹ ਕਿੰਨੀ ਹੋ ਸਕਦੀ ਆ, R ਦੀ ਵੈਲਿਊ ਆ A ਤੋਂ ਛੋਟੀ ਹੋਏਗੀ ਕਿਉਂਕਿ ਇਸ ਤੋਂ ਗ੍ਰੇਟਰ ਨਹੀਂ ਹੋ ਸਕਦੀ, ਅਤੇ ਗ੍ਰੇਟਰ ਇਕੁਅਲ ਟੂ 0 ਹੋਏਗੀ। 0 ਤੋਂ ਲੈ ਕੇ A ਦੇ ਵਿੱਚ A ਨਹੀਂ ਹੋ ਸਕਦੀ, ਠੀਕ ਹੈ। ਹੁਣ ਦੇਖੋ ਆਪਾਂ ਇਹਨੂੰ ਯੂਜ਼ ਕਰਕੇ ਕਨਸੈਪਟ ਨੂੰ ਆਪਾਂ HCF ਫਾਊਂਡ ਆਊਟ ਕਰਦੇ ਹਾਂ ਫਸਟ ਕੁਐਸਚਨ ਦਾ। ਦੇਖੋ ਬੇਟਾ, ਫਸਟ ਹੈ ਆਪਣੇ ਕੋਲ, ਆਪਾਂ ਡਿਵਾਈਡ ਕਰਦੇ ਹਾਂ 867 ਨੂੰ 255 ਦੇ ਨਾਲ, ਠੀਕ ਹੈ ਜੀ। ਦੇਖੋ 255 ਤੇ ਕਿੱਥੇ ਜਾਏਗਾ, ਇਹ 3 ਤੇ, ਠੀਕ ਹੈ। ਕਿੰਨਾ ਆ ਗਿਆ ਆਪਣੇ ਕੋਲ 765, ਠੀਕ ਹੈ ਬੇਟਾ ਜੀ। ਹੁਣ ਮਾਈਨਸ ਕਰੋ, ਕਿੰਨਾ ਆ ਗਿਆ ਆਪਣੇ ਕੋਲ 102, ਠੀਕ ਹੈ। ਹੁਣ ਇਹ ਇਹਦਾ ਰਿਮਾਈਂਡਰ ਆ ਗਿਆ। ਯੂਕਲਿਡ ਡਿਵੀਜ਼ਨ ਦੇ ਅਕੋਰਡਿੰਗ ਆਪਾਂ ਕਿਵੇਂ ਲਿਖਾਂਗੇ, ਠੀਕ ਹੈ। 867 ਇਜ਼ ਇਕੁਅਲ ਟੂ 255 ਇੰਟੂ 3 ਪਲੱਸ ਰਿਮਾਈਂਡਰ ਕਿੰਨਾ ਸੀ ਆਪਣੇ ਕੋਲ 102, ਠੀਕ ਹੈ। ਹੁਣ ਜਿਹੜਾ ਰਿਮਾਈਂਡਰ ਆ ਹੁਣ ਉਸ ਦੇ ਨਾਲ ਡਿਵਾਈਡ ਕਰਾਂਗੇ, 255 ਨੂੰ ਆਪਾਂ ਅੰਦਰ ਰੱਖਾਂਗੇ, ਠੀਕ ਹੈ ਬੇਟਾ ਜੀ। ਹੁਣ ਦੇਖੋ ਹੁਣ ਇਹ ਕਿੰਨੇ ਤੇ ਜਾਏਗਾ, 102 ਨੂੰ ਆਪਾਂ ਕਿਹਦੇ ਨਾਲ ਮਲਟੀਪਲਾਈ ਕਰਾਂਗੇ, 2 ਤੇ, 2 ਦੇ ਟੇਬਲ ਚਲਾ ਜਾਏਗਾ। ਕਿੰਨਾ ਆ ਗਿਆ ਆਪਣੇ ਕੋਲ 204, ਠੀਕ ਹੈ ਜੀ। ਮਾਈਨਸ ਕਰਕੇ ਕਿੰਨਾ ਆ ਗਿਆ 1, ਇੱਥੇ ਕਿੰਨਾ ਆ ਗਿਆ ਬੇਟਾ ਜੀ 51, ਠੀਕ ਹੈ। ਹੁਣ ਇਹ ਤੇ ਫੇਰ ਯੂਕਲਿਡ ਡਿਵੀਜ਼ਨ ਐਲਗੋਰਿਥਮ ਅਪਲਾਈ ਕਰੋ। ਇਹ ਕਿੰਨਾ ਬਣ ਜੂਗਾ 255 ਇਜ਼ ਇਕੁਅਲ ਟੂ 102 ਇੰਟੂ 2 ਪਲੱਸ ਰਿਮਾਈਂਡਰ ਕਿੰਨਾ ਆਪਣੇ ਕੋਲ 51, ਠੀਕ ਹੈ ਜੀ। ਹੁਣ ਜਿਹੜਾ 51 ਆ ਹੁਣ ਆਪਾਂ ਇਹਨੂੰ ਅੰਦਰ ਰੱਖਾਂਗੇ, ਕਿਹਦੇ ਨਾਲ ਡਿਵਾਈਡ ਕਰਾਂਗੇ ਆਪਾਂ 102 ਦੇ ਨਾਲ, ਠੀਕ ਹੈ। ਹੁਣ ਆਪਣੇ ਕੋਲ 102 ਨਾਲ ਡਿਵਾਈਡ ਕਰਾਂਗੇ, 2 ਅੰਦਰ ਲੈ ਕੇ 51 ਨਾਲ ਡਿਵਾਈਡ ਕਰੋ। ਹੁਣ ਇਹ ਕਿੰਨੇ ਚਲਾ ਗਿਆ ਬੇਟਾ ਜੀ ਆਪਣੇ ਕੋਲ 2 ਦੇ ਉੱਪਰ, ਠੀਕ ਹੈ। ਹੁਣ ਕਿੰਨੇ ਚਲਾ ਗਿਆ ਇਹ 2 ਦੇ ਉੱਪਰ, 51 2 ज़ा 102, ਠੀਕ ਹੈ ਬੇਟਾ ਜੀ। ਹੁਣ ਆਪਣੇ ਕੋਲ ਡਿਵੀਜ਼ਨ ਖਤਮ ਹੋ ਗਈ। ਆਪਣੇ ਕੋਲ ਕੀ ਆ ਗਿਆ 102 ਇਜ਼ ਇਕੁਅਲ ਟੂ 51 ਇੰਟੂ 2 ਪਲੱਸ ਰਿਮਾਈਂਡਰ ਕਿੰਨਾ ਆ ਗਿਆ ਆਪਣੇ ਕੋਲ 0। ਜਦੋਂ ਰਿਮਾਈਂਡਰ ਆਪਣੇ ਕੋਲ 0 ਆ ਗਿਆ, ਠੀਕ ਹੈ। ਜਿਹੜਾ ਲਾਸਟ ਡਿਵਾਈਜ਼ਰ ਆ ਜਿਵੇਂ 51 ਆ ਉਹ ਕੀ ਹੋ ਗਿਆ ਬੇਟਾ ਜੀ ਆਪਣੇ ਕੋਲ HCF। ਇਹਦਾ ਮਤਲਬ HCF ਕਿੰਨਾ ਆ ਗਿਆ, ਹਾਈਐਸਟ ਕਾਮਨ ਫੈਕਟਰ ਕਿੰਨਾ ਆ ਗਿਆ ਬੇਟਾ ਜੀ ਆਪਣੇ ਕੋਲ 51, ਠੀਕ ਹੈ ਜੀ। ਹੁਣ ਦੇਖੋ ਆਪਾਂ ਸੈਕਿੰਡ ਕੁਐਸਚਨ ਕਰਦੇ ਹਾਂ। ਨੈਕਸਟ ਹੈ ਆਪਣੇ ਕੋਲ, ਮੈਂ ਥਰਡ ਕੁਐਸਚਨ ਕਰਵਾ ਰਹੀ ਹਾਂ ਇਸ ਤੋਂ ਬਾਅਦ ਬੇਟਾ ਜੀ। An army contingent of 616 members is to be marched behind an army band of 32 members. A parade, the two groups are to march in same number of columns. What is the maximum number of columns in which they can march? ਇੱਕ ਪਰੇਡ ਵਿੱਚ 616 ਆਦਮੀਆਂ ਵਾਲੀ ਇੱਕ ਸੈਨਾ ਦੀ ਟੁਕੜੀ ਨੇ 32 ਆਦਮੀਆਂ ਵਾਲੇ ਇੱਕ ਸੈਨਾ ਬੈਂਡ ਦੇ ਪਿੱਛੇ ਮਾਰਚ ਕਰਨਾ ਆ। ਦੋਹਾਂ ਸਮੂਹਾਂ ਨੇ ਬਰਾਬਰ ਗਿਣਤੀ ਵਾਲੇ ਸਤੰਭਾਂ ਵਿੱਚ ਮਾਰਚ ਕਰਨਾ ਆ। ਇਹਨਾਂ ਸਤੰਭਾਂ ਦੀ ਵੱਧ ਤੋਂ ਵੱਧ ਗਿਣਤੀ ਕੈਲਕੂਲੇਟ ਕਰਨੀ ਆ ਜਿਸ ਵਿੱਚ ਇਹ ਮਾਰਚ ਕਰ ਸਕਦੇ ਨੇ। ਦੇਖੋ ਮੈਕਸੀਮਮ ਨੰਬਰ ਆਫ ਕਾਲਮਸ ਕੱਢਣੇ ਨੇ, ਵੱਧ ਤੋਂ ਵੱਧ ਗਿਣਤੀ, ਤਾਂ ਆਪਾਂ ਕੀ ਕਰਾਂਗੇ ਬੇਟਾ ਜੀ HCF, ਠੀਕ ਹੈ ਜੀ। ਇਹ ਵੀ ਆਪਾਂ ਸੇਮ ਇੱਦਾਂ ਹੀ ਕੱਢਾਂਗੇ, 616 ਨੂੰ ਅੰਦਰ ਰੱਖਾਂਗੇ, ਠੀਕ ਹੈ। ਕਿਹਦਾ ਡਿਵਾਈਡ ਕਰਾਂਗੇ ਆਪਾਂ ਨੰਬਰ ਆਫ ਮੈਂਬਰਸ ਦੇ ਨਾਲ 32, ਠੀਕ ਹੈ। ਚਲੋ ਹੁਣ ਡਿਵਾਈਡ ਕਰਦੇ ਹਾਂ, 1 ਤੇ ਗਿਆ, ਕਿੰਨਾ ਆ ਗਿਆ ਆਪਣੇ ਕੋਲ 32, ਠੀਕ ਹੈ ਜੀ। ਮਾਈਨਸ ਕਰੋ, ਕਿੰਨਾ ਆ ਗਿਆ ਆਪਣੇ ਕੋਲ 29, ਉੱਪਰ ਆਪਾਂ 6 ਉਤਾਰਿਆ, ਠੀਕ ਹੈ। ਹੁਣ 32 ਦੇ ਟੇਬਲ 'ਤੇ 9 'ਤੇ ਚਲਾ ਗਿਆ, ਕਿੰਨਾ ਆ ਗਿਆ ਬੇਟਾ ਜੀ ਆਪਣੇ ਕੋਲ 288, ਠੀਕ ਹੈ। ਜਦੋਂ ਤੁਸੀਂ ਮਾਈਨਸ ਕਰੋਗੇ ਕਿੰਨਾ ਆ ਗਿਆ ਆਪਣੇ ਕੋਲ 8। ਹੁਣ ਯੂਕਲਿਡ ਡਿਵੀਜ਼ਨ ਐਲਗੋਰਿਥਮ ਦੇ ਅਕੋਰਡਿੰਗ, ਠੀਕ ਹੈ, ਆਪਣੇ ਕੋਲ ਕਿੰਨਾ ਬਣ ਗਿਆ 616 ਇਜ਼ ਇਕੁਅਲ ਟੂ 32 ਇੰਟੂ 19 ਪਲੱਸ ਰਿਮਾਈਂਡਰ ਕਿੰਨਾ ਆ ਗਿਆ ਬੇਟਾ ਜੀ ਆਪਣੇ ਕੋਲ 8,
ठीक है। हुण बेटा जी आपां 8 नूं नाल डिवाइड करांगे 32 नूं अंदर रखांगे, ठीक है। 8 4 ज़ा 32, ठीक है। हुण अपने कोल इहदी डिवीजन खत्म हो गई। अपने को कितना आ गया, हुण इहदी अप्लाई करो 32 इज इक्वल टू 8 इंटू 4 प्लस रिमाइंडर कितना अपने कोल 0। हुण देखो लास्ट जो डिवाइजर आ वो कि अपने कोल 8, ठीक है। इट मीनस HCF कितना आ गया अपने कोल 8, ठीक है। ਇਹਦਾ मतलब मैक्सीमम ਵੱਧ ਤੋਂ ਵੱਧ ਸਤੰਭਾਂ ਦੀ ਗਿਣਤੀ ਆ ਉਹ ਕਿੰਨੀ ਆ ਗਈ बेटा जी अपने कोल 8, ठीक है जी। नैक्सट देखो बेटा, फर्स्ट है अपने को एक्सप्रैस ईच नंबर एज ए प्रोडक्ट ऑफ इट्स प्राइम, ठीक है। आप प्राइम नंबर आप संख्यावां के गुणखंडां के रूप में इनू फैक्टराइज करना। देखो बेटा जिवें फर्स्ट है 140, ठीक है। आप पहला ही फैक्टर बनाना दो तरीके नाल सीखांगे आप 140, ठीक है। 140 अपने कोल हैगे ने फैक्टर्स, इनू आपां 2 ते डिवाइड करांगे, कितना आ गया अपने को 70, फिर 2 ते डिवाइड किया कितना आ गया अपने को 35, ठीक है। फिर 5 ते डिवाइड किया कितना आ गया अपने को 7, फिर 7 1 ज़ा 7, ठीक है। मतलब भाज गुणनखंड प्राइम फैक्टर अपने कोल की बन गए 2 इंटू 5 इंटू 7, ठीक है। एक आप फैक्टर ट्री ना सीखते हाँ, देखो 140 दे बनावांगे आप 140 दे की बन गए अपने कोल बेटा जी, देखो 70, ठीक है। फैक्टर ट्री ना बनावांगे 70 इंटू 2, ठीक है। इन्हें ब्रेक करता 70 अगे फिर ब्रेक हो जाएगा 35 इंटू 2, ठीक है। 35 इंटू 2 अगे देखो बेटा ये बन गया 35 दे बन गया अपने को 7 इंटू 5, ठीक है बेटा जी। यह बन गए दे फैक्टर ट्री नाल की बन गया अपने को 7 5 2 2, ठीक है जी। आप फैक्टर ट्री ना ही फाइंड आउट कर सकते हैं, आप सिंपल मैथड नाल भी फाइंड आउट कर सकते हैं। अगे देखो बेटा नैक्सट है अपने कोल हुण आपां ने फाइंड द LCM एंड HCF ऑफ द फॉलोइंग पेयर्स ऑफ इंटीजर्स एंड वेरीफाई दैट LCM इंटू HCF इज इक्वल टू प्रोडक्ट ऑफ 2 नंबर्स, ठीक है। आपने बेटा जी HCF करना है, LCM करना है, ठीक है। फिर आप वेरीफाई करना है, पड़ताल करनी है भी HCF इंटू LCM किहदे बराबर हुंदा, दो संख्यावां दा गुणनफल। देखो बेटा जी जिवें 21 दे फैक्टर बनावांगे आपां, ठीक है। 91 दे फैक्टर बनावांगे, ये 2 ते चले गया कितना आ गया 13 ते डिवाइड करके कितना आ गया 1, ठीक है। हुण आपां 91 दे फैक्टर बनाओ बेटा जी, ठीक है। 91 कितने जाएगा 7 ते कितना आ गया 13, फिर 13 ते 1, ठीक है। 26 ते भाज गुणनखंड प्राइम फैक्टर की बन गया अपने को 2 इंटू 13, ठीक है। 91 दे प्राइम फैक्टर की बन गया अपने को 17 इंटू 13। हुण देखो बेटा जी HCF की है हाईएस्ट कॉमन फैक्टर दोनों विच की आ गया अपने को 13, ठीक है। हुण आपां ने LCM फाइंड आउट करना, LCM कितना हो बेटा जी अपने कोल, ठीक है। जिहड़ी रकम कॉमन आ ਉਹਦੀ ਆਪਾਂ ਨੇ ਹਾਇਰ ਪਾਵਰ ਲੈਣੀ ਆ, ਪਰ ਇਹ 'ਚ ਹੈ 13 ਇੱਕ ਵਾਰੀ ਕਾਮਨ ਆ ਤਾਂ ਸਿੰਗਲ ਵਾਰ ਚੱਕ ਲਾਂਗੇ। ਜੇ ਮੰਨ ਲਓ ਇੱਕ ਦੇ ਵਿੱਚ 13 2 ਟਾਈਮਸ ਹੁੰਦਾ ਤਾਂ ਆਪਾਂ ਵੱਧ ਚੱਕਣਾ ਸੀ 2 ਟਾਈਮਸ 13 ਚੱਕਦੇ, ਠੀਕ ਹੈ। ਹੁਣ ਆਪਾਂ ਇੱਕ ਤਾਂ 13 ਲੈ ਲਿਆ, ਬਾਕੀ ਜਿਹੜੇ ਬਚ ਗਏ 2 ਇੰਟੂ 7 ਜਿਹੜੀ ਕਾਮਨ ਉਹਦੀ ਉਹ ਵੱਧ ਟਾਈਮ ਚੱਕਣੀ ਆ, ਠੀਕ ਹੈ। ਜੇ ਕਿਸੇ ਦੇ ਫੈਕਟਰ 'ਚ ਵੱਧ ਟਾਈਮ ਹੈ बाकी जो बच गए वो लान ले लेने ने। हुण इन्हूं मल्टीप्लाई करो बेटा जी 13 2 ज़ा 26, 26 नूं आपां 26 नूं मल्टीप्लाई करो 7 दे नाल कितना आ गया बेटा जी अपने कोल 182, ठीक है। हुण मान लो हुण आपां प्रोडक्ट ऑफ नंबर्स ते HCF इंटू LCM वेरीफाई करांगे। वेरीफाई देखो किद्दां करनी है, पड़ताल किद्दां करनी है, ठीक है। देखो बेटा प्रोडक्ट ऑफ नंबर्स पहला सीगा अपने को प्रोडक्ट ऑफ नंबर्स, ठीक है। प्रोडक्ट ऑफ नंबर्स प्रोडक्ट ऑफ नंबर्स करो 26 इंटू 91 जो दोनों का प्रोडक्ट किया आपां ने तो अपने को कितना आ गया बेटा जी अपने को 2266, ठीक है जी। फिर आप मल्टीप्लाई करांगे HCF इंटू LCM दी, ठीक है। हुण देखो HCF कितना आया बेटा जी अपने को 13, LCM कितना आया अपने को 182 जो ना दोनों की मल्टीप्लीकेशन करांगे अपने को कितना आ गया 2266, ठीक है जी। हैंस वेरीफाइड क्योंकि दोनों
पूरे हो गए, दोनों इक्वल आ गए, अपने कोल वेरीफिकेशन हो गई। ठीक है जी। चलो नैक्सट देखो बेटा, वो भी इदां ही आ, भाज गुणनखंड विधि राਹੀਂ ਆਪਾਂ ਨੇ HCF ਤੇ LCM फाइंड आउट करना। देखो पहला 12 ਦੇ फैक्टर बनावांगे, सेम इदां ही 15 ਦੇ बनावांगे ਤੇ ਆਪਾਂ 21 ਦੇ बनावांगे। ठीक है। 2 ਤੇ ਗਿਆ बेटा जी पहला 16, ठीक है, 2 ਤੇ ਗਿਆ 6 आ गया, फिर 2 ਤੇ डिवाइड किया कितना आ गया 3, 3 1 जा 3। ठीक है। फिर 3 ਤੇ ਗਿਆ 15, 5 ਤੇ ਗਿਆ अपने कोल 1 आ गया बेटा जी, 3 ਤੇ ਗਿਆ 7, 7 ਤੇ ਗਿਆ 1 आ गया। 12 ਦੇ प्राइम फैक्टर की बन गया अपने को 2 × 2 × 3। ठीक है। 15 ਦੇ प्राइम फैक्टर बन गया अपने को 3 × 5 ਤੇ ਆਪਣੇ ਕੋਲ 21 ਦੇ ਫੈਕਟਰ ਬਣ ਗਏ बेटा जी 3 × 7। ਤੁਸੀਂ 1 ਨਾਲ ਲਿਖ ਸਕਦੇ ਹੋ ਕਿਉਂਕਿ 1 ਤਾਂ ਹਰ ਇੱਕ ਦਾ ਫੈਕਟਰ ਹੈ ਹੀ ਆ। ਠੀਕ ਹੈ। ਹੁਣ ਦੇਖੋ बेटा HCF ਕਿੰਨਾ ਆਊਗਾ, ਤਿੰਨਾਂ ਵਿੱਚ ਕਿਹੜੀ ਰਕਮ ਕਾਮਨ ਆਪਣੇ ਕੋਲ 3। ਠੀਕ ਹੈ। HCF ਕਿੰਨਾ ਆ ਗਿਆ ਆਪਣੇ ਕੋਲ 3। ਹੁਣ ਦੇਖੋ ਆਪਾਂ LCM फाइंड आउट ਕਰਨੇ ਆ। LCM ਕਿੰਨਾ ਆ ਗਿਆ ਦੇਖੋ ਇੱਥੇ, ਹੁਣ ਦੇਖੋ ਜਿਹੜੇ 2 ਆਪਣੇ ਕੋਲ 3 ਆ ਉਹ ਤਾਂ ਸਭ ਸਿੰਗਲ ਟਾਈਮ ਹੀ ਆ, ਤੇ ਇੱਕ ਆਪਣੇ ਕੋਲ 3 ਆ ਗਿਆ, ਇੱਕ ਆਪਣੇ ਕੋਲ ਕੀ ਬਚ ਗਿਆ 2 × 2। ठीक है। एक 5, एक अपने कोई बच गया 7 क्योंकि ये किसी भी टर्म विच कॉमन नहीं हैगे। ठीक है। हुण इहनूं मल्टीप्लाई करो बेटा जी, 2 2 ज़ा 4, 4 3 ज़ा 12, 12 नूं 5 नाल कीता 60, 60 नूं 7 नाल कीता कितना आ गया अपने कोल 420। ठीक है जी। एलसीएम कितना आ गया अपने कोल 420। देखो बेटा जी अगे 4th क्वेश्चन है मोस्ट इंपॉर्टेंट, पेपर दे विच क्वेश्चन जरूर आउंदा है। HCF ਤੇ HCF ਦੋ ਨੰਬਰਸ ਆਪਾਂ ਦਿੱਤਾ ਹੋਇਆ 9, LCM ਆਪਾਂ ਨੇ ਫਾਈਂਡ ਆਊਟ ਕਰਨਾ ਆ। ਦੇਖੋ ਬੇਟਾ ਜਿਹਦੇ 2 ਨੰਬਰਸ ਨੇ, ਇੱਕ ਨੂੰ P ਮੰਨ ਲਾਂਗੇ ਕਿੰਨਾ ਆ ਗਿਆ ਆਪਣੇ ਕੋਲ 306, ਇੱਕ ਨੂੰ ਆਪਾਂ Q ਮੰਨ ਲਾਂਗੇ ਕਿੰਨਾ ਆ ਗਿਆ ਆਪਣੇ ਕੋਲ 657। ਦੇਖੋ ਬੇਟਾ ਮੈਂ ਦੁਬਾਰਾ ਦੱਸਦੀ ਹਾਂ, ਇੱਕ ਨੂੰ ਆਪਾਂ P ਮੰਨ ਲਾਂਗੇ, P ਮੰਨ ਲਿਆ ਆਪਾਂ ਨੇ ਬੇਟਾ ਜੀ 306, ਇੱਕ ਆਪਾਂ Q ਮੰਨ ਲਾਂਗੇ, Q ਕਿੰਨਾ ਆਪਣੇ ਕੋਲ 657। ठीक है जी। अपने को HCF गिवन आ, HCF कितना अपने कोल 9। आप पहला वेरीफिकेशन की सीगी। ठीक है। प्रोडक्ट ऑफ नंबरस किहदे बराबर हुंदा अपने कोल HCF × LCM। ठीक है जी। हुण आपां देखो HCF गिवन आ, आपां LCM फाइंड आउट करना, आपां LCM कढ लांगे P × Q डिवाइडेड बाय HCF। HCF की आ जाऊ अपने कोल बटियां च। ठीक है। जे आपां ने HCF फाइंड आउट करना होवे तां की आ जाऊ P × Q बाय, ठीक है, इत्थे की आ जाऊ अपने कोल LCM। हुण देखो P किन्ना बेटा जी अपने कोल 306, ठीक है, इंटू Q किन्ना जी अपने कोल 657 डिवाइडेड बाय 9। जो 9 ने ते डिवाइड करोगे ये ते कट जाएगा बेटा जी 9 ते डिवाइड करके अपने किन्ना आ गया देखो, डिवाइड करके 34। हुण 34 नूं 657 नाल मल्टीप्लाई करो तो तुहाडा आंसर आ जाएगा 22,338, 22,338। ठीक है जी। ये क्वेश्चन मोस्ट इंपॉर्टेंट है बेटा जी, तुसीं ये ध्यान नाल कर लेना। नैक्सट देखो अपने कोल वो कहंदा प्रूव दैट √5 इज़ इरैशनल। अपने √5 नूं अपरमेय संख्या सिद्ध करना है। √5 भी हो सकता, √3 भी हो सकता, √2 भी हो सकता। देखो बेटा जी मैथड की है इसका, आपां पहलां मान लांगे बेटा जी, ठीक है, भी √5 इज़ ए रैशनल नंबर। पंजाबी च लिख लओगे तुसीं √5 एक परमेय संख्या है। ठीक है जी। जिहड़ी परमेय संख्या आ उहनूं आपां की लिख सकदे हुंदे आ बटियां च, मतलब A/B फॉर्म दे विच। ठीक है। इहदा इत्थे B इज़ नॉट इक्वल टू 0, डिनोमीनेटर 0 नहीं हो सकता। ठीक है जी। इहनूं क्रॉस करो, A दी वैल्यू कितनी आ गई अपने कोल √5B, इहनूं फस्ट मान लो। चलो इन्हूं चलो फस्ट नहीं मानते, अगली क्वेश्चन मान लांगे स्केयरिंग करके। स्केयरिंग बोथ साइड, जो स्केयरिंग किया वर्ग करके इधर बन गया A² इज़ इक्वल टू √5 दा 5, इत्थे कितना आ गया अपने कोल B दा स्केयर। ठीक है जी। इहनूं तुसीं इक्वेशन 1 मान लो। देखो बेटा जी इसका मतलब की है, जदों आपां A² नूं, ठीक है, 5 नाल डिवाइड किया तो अपने कोल क्वेश्चन कितना आ गया B, रिमाइंडर अपने कोल कुछ नहीं बचा क्योंकि प्लस इहदे नाल कुछ भी नहीं है। ठीक है। यूक्लिड डिवीजन अकॉर्डिंग A² इज़ इक्वल टू 5B² प्लस 0। हुण इहदा मतलब कि जिहड़ा 5 आ वो A² नूं डिवाइड करदा आ। ठीक है। इट इंप्लाई जिहड़ा 5 आ डिवाइड
डिवाइड्स ए स्क्वेयर। ठीक है, जे हुण 5 ए स्क्वेयर नूं डिवाइड करदा आ, ठीक है, क्योंकि ये बेटा जी ए ते बी ने दोनों आपां ने प्राइम फैक्टर्स ही लिते ने, तो हम 5 ए स्क्वेयर नूं डिवाइड करदा तो 5 ए नूं भी डिवाइड करूगा। ठीक है, इट इंप्लाई 5 आ डिवाइड ए। ठीक है, हुण 5 ए नूं भी डिवाइड करेगा। ठीक है, हुण आ इक्वेशन नोट करियो, हुण आपां इह च वैल्यूज़ पुट करांगे। देखो बेटा अगे हुण जिवें 5 ए नूं डिवाइड करदा है आपां प्रूफ करता। ठीक है, 5 ए नूं डिवाइड करदा, मान लो क्वेश्चन कितना आ गया तुहाडे कोल सी, डिवाइड करा तो रिमाइंडर तुहाडे कोल 0 आएगा, तो ए दी वैल्यू कितनी आ गई अपने कोल 5 सी। इहनूं पुट कर दांगे, पुट इन 1। ठीक है, हुण देखो बेटा जी ए दी वैल्यू पुट करती आपां ने 5 सी स्क्वेयर। ठीक है, इधर कितना सी अपने कोल 5 बी दा स्क्वेयर। हुण देखो बेटा इधर कितना बन गया 25 सी स्क्वेयर इज इक्वल टू 5 बी दा स्क्वेयर। आ कैंसल आउट हो गया, बी स्क्वेयर कितना आ गया अपने कोल 5 सी दा स्क्वेयर। सेम इदां ही इट इंप्लाई जिहड़ा 5 आ वो डिवाइड करदा है बेटा जी, किनू डिवाइड करेगा बी स्क्वेयर नूं। इट इंप्लाई 5 आ वो डिवाइड करेगा किनू करूगा बी नूं। ठीक है, हुण देखो बेटा आपां दो इक्वेशन जिहड़े मन्नियां सीगीआं पहलां अपनी इक्वेशन मन्नी सी ना, मन के चले सीगे आपां √5 इज इक्वल टू ए बाई बी। हुण देखो 5 आ वो ए नूं भी डिवाइड करदा आ, 5 बी नूं भी डिवाइड करदा आ। ये तां कॉन्ट्राडिक्शन हो गई, क्योंकि आपां मन के चलने आ ये बी परमेय संख्या है। ठीक है, ਇਹਦਾ मतलब ਜਿਹੜਾ 5 ਸੀਗਾ ਉਹ डिवाइड करदा आ ए एंड बी। ठीक है, सो ओवर ਜਿਹੜਾ ਅਜ਼ੰਪਸ਼ਨ ਜੋ ਅਸੀਂ ਮੰਨਿਆ, ਸੋ ਓਵਰ ਅਜ਼ੰਪਸ਼ਨ ਇਜ਼ ਰੋਂਗ, ਜੋ ਅਸੀਂ ਮੰਨਿਆ ਉਹ ਗਲਤ ਹੈ। ਠੀਕ ਹੈ, ਕਿਉਂਕਿ ਉਹ ਪੋਸੀਬਲ ਨਹੀਂ ਹੈ। ਇਟ ਇੰਪਲਾਈ √5 ਕੀ ਹੋ ਗਿਆ ਇਜ਼ ਏ ਇਰੈਸ਼ਨਲ ਨੰਬਰ। √5 ਕੀ ਹੋਏਗਾ बेटा जी रैशनल नंबर होवेगा, क्योंकि अपने कॉमन फैक्टर प्रूफ करता ए ते बी का। ठीक है, चलो देखो बेटा नैक्सट क्वेश्चन है अपने कोल, बिना लंबी वंड प्रक्रिया करदे दसो हेठ दित्ते प्रमेय संख्या दशमलव प्रसार शांत हैं जां अशांत आवर्ती हैं। ठीक है, अपने सिद्ध करना भी बिना डिवाइड किए भी शांत ने एक अशांत ने। शांत मतलब जो पूरे पूरे डिवाइड हो जाते हैं, अशांत मतलब कि जो डिवाइड हो जाते हैं। ठीक है, तो बार बार रिपीट होंगे ने आवर्ती च। ठीक है, इफ द प्राइम फैक्टर्स ऑफ डिनोमीनेटर ऑफ रैशनल नंबरस, इसलिए बस ये फार्मूला याद रखना है, इफ प्राइम फैक्टर्स of denominator of rational number is of form 2 the power m into 5 the power n, then it have terminating decimal expansion। जेकर किसी प्रमेय संख्या ਦੇ ਹਰ ਦੇ ਅਭਾਜ ਗੁਣਨਖੰਡ 2 ਦੀ ਪਾਵਰ m into 5 ਦੀ ਪਾਵਰ m ਦੇ ਰੂਪ ਵਿੱਚ ਹੋਣ ਤਾਂ ਉਸ ਪ੍ਰਮੇय ਸੰਖਿਆ ਦਸ਼ਮਲਵ ਪ੍ਰਸਾਰ ਸ਼ਾਂਤ ਹੁੰਦੇ ਹਨ। ਠੀਕ ਹੈ ਬੇਟਾ ਜੀ, ਇਹ ਫਾਰਮੂਲਾ ਤੁਸੀਂ ਧਿਆਨ ਦੇ ਵਿੱਚ ਰੱਖਣਾ ਆ। ਠੀਕ है, देखो बेटा जी अपने कोल ये फर्स्ट क्वेश्चन है अपने कोल 13/31/25। ठीक है जी, जी फर्स्ट क्वेश्चन आप कर रहे हैं, फर्स्ट क्वेश्चन है अपने कोल 13/31/25। ठीक है, हुण आपां डिनोमीनेटर डिनोमीनेटर दे जिहड़े फैक्टर्स ने, डिनोमीनेटर्स दे जिहड़े फैक्टर्स ने वो बना के देखांगे भी ये टर्मीनेटिंग है जां नॉन टर्मीनेटिंग है। ठीक है, जिवें फर्स्ट है अपने कोल हुण आपां 3/1/25 दे फैक्टर बना लो बेटा जी। हुण देखो ये किस ते डिवाइड होएगा अपने कोल, सब तो पहले डिवाइड करांगे आपां 5 ते, क्योंकि पिछे 5 आ, जो 5 ते डिवाइड किया तो कितना आ गया अपने को 625। ठीक है, फिर 5 ते डिवाइड किया तो कितना आ गया बेटा जी अपने को 125। फिर 5 ते डिवाइड किया बेटा जी कितना आ गया अपने को 25। फिर 5 ते डिवाइड किया कितना आ गया अपने को 5। ठीक है जी, फिर 5 ते डिवाइड किया कितना आ गया अपने को 1। ਆਪਾਂ इस तरह ये प्राइम फैक्टर बना ले। ठीक है, आए ध्यान रखना बेटा जी तुसी डिनोमीनेटर के जोड़े फैक्टर्स ने वो चंगी तरह बना लेने ने। ठीक है, हुण अपने कोल कितना बन गया 13 5 5 इंटू 5 इंटू 5 इंटू 5 इंटू 5। ठीक है जी, हुण देखो बेटा जी आप पहला फार्मूला लगाया सीगा, इफ प्राइम फैक्टर्स ऑफ डिनोमीनेटर ऑफ रैशनल नंबर इज ऑफ फॉर्म 2 ਦੀ ਪਾਵਰ m 5 ਦੀ ਪਾਵਰ n। ਇਹਦਾ ਮਤਲਬ ਕੀ ਆ, ਮਤਲਬ 2 ਵਾਰ ਹੋ 2 ਹੋਣ ਫੈਕਟਰ ਦੇ ਵਿੱਚ ਜਾਂ ਇਕੱਲੇ 5 ਹੋਣ, 2 ਔਰ 5 ਹੀ ਹੋਣ, ਇਸ ਤੋਂ ਬਿਨਾਂ ਕੁਛ ਨਾ ਹੋਵੇ। ਠੀਕ ਹੈ ਜੀ, ਜੇ ਇਕੱਲੇ 2 ਔਰ 5 ਨੇ ਤਾਂ ਆਪਣੇ ਕੋਲ ਕੀ ਬਣ ਗਿਆ ਉਹ ਟਰਮੀਨੇਟਿੰਗ,
नहीं जे 2 और 5 भी है, मान लो कोई होर नंबर भी है, 7 भी है ਜਾਂ 3 भी है, तो की बन जूगा अपने को नॉन टर्मीनेटिंग रिपीटिंग। ठीक है जी। ਹੁਣ ਦੇਖੋ, ਹੁਣ ਇਹਦੇ ਵਿੱਚ ਹਰ ਦੇ ਡਿਨੋਮੀਨੇਟਰ ਦੇ ਕੀ ਨੇ ਆਪਣੇ ਕੋਲ ਸਿਰਫ 5 ਨੇ। ਠੀਕ ਹੈ, ਇਹਨੂੰ ਆਪਾਂ ਇੱਦਾਂ ਵੀ ਲਿਖ ਸਕਦੇ ਹਾਂ 3/5 ਦੀ ਪਾਵਰ 5। ਹੁਣ ਡਿਨੋਮੀਨੇਟਰ ਦੇ ਵਿੱਚ ਜਿਹੜਾ ਡਿਨੋਮੀਨੇਟਰ ਆ ਉਹ ਕਿਸ ਫਾਰਮ 'ਚ ਆ ਗਿਆ 2 ਦੀ m ਇੰਟੂ 5 ਦੀ n। 2 ਦੀ m ਕਿਵੇਂ ਲਿਖ ਸਕਦੇ ਹਾਂ, ਕਿਉਂਕਿ 5 ਦੀ 5 ਆ, ਆਪਾਂ ਨੂੰ ਕਹਿ ਸਕਦੇ ਹਾਂ ਬੇਟਾ ਜੀ 5 ਦੀ ਕਿੰਨਾ ਬਣ ਗਿਆ 5 ਦੀ ਦੇਖੋ m ਇੰਟੂ 2 ਦੀ ਪਾਵਰ 0 ਲਿਖ ਸਕਦੇ ਹਾਂ ਆਪਾਂ। ਠੀਕ ਹੈ, 2 ਦੀ 0 ਮਤਲਬ 1 ਹੋ ਗਿਆ, ਇਸ ਕਰਕੇ ਇੱਥੇ ਆਪਾਂ n ਯੂਜ਼ ਕਰ ਸਕਦੇ ਹਾਂ। ਠੀਕ ਹੈ, ਮਤਲਬ 2 ਦੀ 5 ਦੀ m ਇੰਟੂ 2 ਦੀ m ਦੇ ਰੂਪ ਵਿੱਚ ਹੋ ਗਈ ਇਹ। ਠੀਕ ਹੈ, ਇਹਦਾ ਮਤਲਬ ਇਹ ਬੇਟਾ ਕੀ ਹੋ ਗਿਆ ਟਰਮੀਨੇਟਿੰਗ। ਠੀਕ ਹੈ, ਕੀ ਹੋ ਗਿਆ ਟਰਮੀਨੇਟਿੰਗ। ਅਗਲਾ ਕੁਐਸਚਨ ਦੇਖੋ ਬੇਟਾ, ਨੈਕਸਟ ਹੈ ਆਪਣੇ ਕੋਲ 17/8। ਇਹਦੀ ਤੁਸੀਂ 8 ਦੇ ਫੈਕਟਰ ਬਣਾ ਲਓਗੇ, ਇਹ ਤਾਂ ਤੁਸੀਂ ਆਪ ਹੀ ਬਣਾ ਲਓਗੇ 2 ਇੰਟੂ 2 ਇੰਟੂ 2। ਹੁਣ ਇਹ 'ਚ ਵੀ ਦੇਖੋ ਬੇਟਾ ਜੀ ਜਿਹੜਾ ਨੀਚੇ ਰਕਮ ਆਪਣੇ ਕੋਲ ਡਿਨੋਮੀਨੇਟਰ ਆ ਇਹਦੇ ਫੈਕਟਰਸ ਵੀ ਆਪਣੇ ਕੋਲ 2 ਦੀ ਪਾਵਰ 'ਚ ਨੇ। ਠੀਕ ਹੈ, 2 ਦੀ ਪਾਵਰ 3 ਆਪਾਂ 2 ਦੀ ਪਾਵਰ 3 ਨੂੰ ਲਿਖ ਸਕਦੇ ਹਾਂ ਵੈਸੇ ਤਾਂ 2 ਦੀ 3 ਇੰਟੂ 5 ਦੀ 0। ਦੇਖੋ ਇਹ ਵੀ ਉਸੇ ਫਾਰਮ 'ਚ ਆ ਗਏ। ਠੀਕ ਹੈ, ਇਹ ਉਸੇ ਫਾਰਮ 'ਚ ਆ ਗਿਆ ਆਪਣੇ ਕੋਲ 2 ਦੀ ਪਾਵਰ m 5 ਦੀ ਪਾਵਰ n। ਠੀਕ ਹੈ, ਇਹਦਾ ਮਤਲਬ ਇਹਦੇ ਦਰਸ਼ਨ ਪ੍ਰਸਾਰ ਵੀ ਕੀ ਹੋਣਗੇ ਬੇਟਾ ਜੀ ਟਰਮੀਨੇਟਿੰਗ ਸ਼ਾਂਤ। ਕੀ ਹੋਣਗੇ ਬੇਟਾ ਜੀ ਟਰਮੀਨੇਟਿੰਗ ਸ਼ਾਂਤ। ਠੀਕ ਹੈ, ਇੱਦਾਂ ਹੀ ਬੇਟਾ ਨੈਕਸਟ ਕੁਐਸਚਨ ਦੇਖੋ। ਨੈਕਸਟ ਹੈ ਆਪਣੇ ਕੋਲ, ਇਹ ਕੁਐਸਚਨ ਬੜਾ ਧਿਆਨ ਨਾਲ ਕਰਨਾ ਆ, ਇਹ ਕੁਐਸਚਨ ਬੱਚੇ ਗਲਤੀ ਬਹੁਤ ਕਰਦੇ ਨੇ। ਜਿਵੇਂ 6/15 ਆ। ਠੀਕ ਹੈ ਬੇਟਾ ਜੀ 6/15 ਦੇ ਫੈਕਟਰ ਬਣਾ ਲਏ ਤੁਸੀਂ 3 ਇੰਟੂ 5। ਹੁਣ ਦੇਖੋ ਬੇਟਾ ਜੀ ਤੁਸੀਂ ਦੇਖੋਗੇ ਇੱਥੇ 5 ਦੇ ਨਾਲ 3 ਵੀ ਆ। ਠੀਕ ਹੈ, ਹੁਣ ਹਰ ਦੇ ਜਿਹੜੇ ਡਿਨੋਮੀਨੇਟਰ ਆ ਉਹਦੇ ਭਾਜ ਗੁਣਨਖੰਡ ਦੇ ਵਿੱਚ ਕੀ ਆ ਗਿਆ 3 ਔਰ 5 ਦੋਨੋਂ ਆ ਗਏ। ਤੁਸੀਂ ਕਹੋਗੇ ਨੋਨ ਟਰਮੀਨੇਟਿੰਗ ਆ। ਨਹੀਂ ਬੇਟਾ ਜੀ ਸਿੱਧਾ ਨਹੀਂ ਕਰਨਾ, ਤੁਸੀਂ ਦੇਖਣਾ ਆ ਜੇ ਨੀਚੇ ਡਿਨੋਮੀਨੇਟਰ ਦੇ ਵਿੱਚ ਜਿਹੜੇ ਭਾਜ ਗੁਣਨਖੰਡ ਨੇ। ਠੀਕ ਹੈ, ਜਿਵੇਂ ਆਪਣੇ ਕੋਲ 3 ਆ ਗਿਆ, ਚੈੱਕ ਕਰੋ ਪਹਿਲਾਂ ਉੱਪਰ ਰਕਮ ਨਾਲ ਕੈਂਸਲ ਹੁੰਦਾ ਕਿ ਨਹੀਂ ਹੁੰਦਾ। ਦੇਖੋ ਮੇਰਾ ਹੁਣ ਇਹ ਕੈਂਸਲ ਆਊਟ ਹੋ ਗਿਆ। ਠੀਕ ਹੈ, ਹੁਣ ਜੋ ਕੈਂਸਲ ਹੋਣ ਤੋਂ ਬਾਅਦ ਨੀਚੇ ਆਪਣੇ ਕੋਲ 5 ਤੋਂ ਬਿਨਾਂ ਹੋਰ ਕੋਈ ਫੈਕਟਰ ਬਚਿਆ ਹੀ ਨਹੀਂ। ਠੀਕ ਹੈ, ਇਹਦਾ ਮਤਲਬ ਬੇਟਾ ਕੀ ਬਣ ਗਿਆ ਇਹ ਟਰਮੀਨੇਟਿੰਗ। ਜੇ ਕੈਂਸਲ ਨਾ ਹੁੰਦਾ 3 ਬਚ ਜਾਂਦਾ ਚਲੋ, ਫਿਰ ਕੀ ਹੁੰਦਾ ਇਹ ਨੋਨ ਟਰਮੀਨੇਟਿੰਗ। ਠੀਕ ਹੈ, ਹੁਣ ਇਹ ਕੀ ਬਣ ਗਿਆ ਬੇਟਾ ਜੀ ਆਪਣੇ ਕੋਲ ਟਰਮੀਨੇਟਿੰਗ, ਕਿਉਂਕਿ ਹਰ ਦੇ ਭਾਜ ਗੁਣਨਖੰਡ ਨੇ ਉਹ ਆਪਣੇ ਕੋਲ ਕਿਹਦੀ ਫਾਰਮ 'ਚ ਆ ਗਏ 5 ਨੂੰ ਆਪਾਂ ਲਿਖ ਸਕਦੇ ਹਾਂ 5 ਦੀ 1 ਇੰਟੂ 2 ਦੀ 0। ਠੀਕ ਹੈ, 5 ਦੀ m ਇੰਟੂ 2 ਦੀ m ਦੇ ਰੂਪ ਵਿੱਚ ਹੋ ਗਏ। ਇਹਦਾ ਮਤਲਬ ਕੀ ਬਣ ਗਿਆ ਬੇਟਾ ਜੀ ਇਹ ਟਰਮੀਨੇਟਿੰਗ। ਠੀਕ ਹੈ ਬੇਟਾ ਜੀ, ਇਹ ਵੀ ਕੀ ਬਣ ਗਿਆ ਆਪਣੇ ਕੋਲ ਟਰਮੀਨੇਟਿੰਗ। ਠੀਕ ਹੈ ਬੇਟਾ ਜੀ, ਕਈ ਵਾਰ ਪੇਪਰ 'ਚ ਕੁਐਸਚਨ ਆਉਂਦਾ ਵੀ ਜਿਹੜੇ ਟਰਮੀਨੇਟਿੰਗ ਨੇ ਸ਼ਾਂਤ ਨੇ ਉਹਨਾਂ ਨੂੰ ਅੱਗੇ ਪੁਆਇੰਟਾਂ ਤੱਕ ਸੋਲਵ ਕਰੋ। ਠੀਕ ਹੈ, ਚਲੋ ਹੁਣ ਆਪਾਂ ਪੁਆਇੰਟ ਤੱਕ ਸੋਲਵ ਕਰਦੇ ਹਾਂ। ਜਿਵੇਂ ਫਸਟ ਕੁਐਸਚਨ ਆ, ਫਸਟ ਕੁਐਸਚਨ ਨੇ ਫੈਕਟਰਸ ਬਣੇ ਸੀ ਬੇਟਾ ਜੀ 13 ਜਿਹੜੇ ਸ਼ਾਂਤ ਨੇ ਮਤਲਬ ਟਰਮੀਨੇਟਿੰਗ ਨੇ ਉਹਨੂੰ ਅੱਗੇ ਸੋਲਵ ਕਰਨ ਲਈ ਕਿਹਾ ਹੋਇਆ ਵੀ ਪੁਆਇੰਟਾਂ 'ਚ ਲਿਖੋ। ਫਿਰ ਆਪਾਂ ਕੀ ਕਰਨਾ ਇਹਦੇ 13 ਡਿਵਾਈਡਡ ਬਾਈ 5 ਦੀ ਪਾਵਰ 5 ਇਹ ਫੈਕਟਰ ਬਣ ਗਏ ਸੀ ਆਪਣੇ। ਠੀਕ ਹੈ, ਹੁਣ ਤੁਸੀਂ ਕੀ ਕਰਨਾ ਨੀਚੇ 10 ਦੇ 10 ਬਣਾ ਲੈਣੇ ਨੇ। ਜਿਵੇਂ 5 ਟਾਈਮਸ ਆ, ਤੁਸੀਂ 2 ਟਾਈਮਸ 5 ਨਾਲ ਉੱਪਰ ਮਲਟੀਪਲਾਈ ਕਰ ਦਿਓ, 2 ਟਾਈਮਸ 5 ਨਾਲ 2 ਨੂੰ 5 ਟਾਈਮਸ ਉੱਪਰ ਮਲਟੀਪਲਾਈ ਕਰ ਦਿਓ, 2 ਨੂੰ 5 ਟਾਈਮਸ ਹੇਠਾਂ ਮਲਟੀਪਲਾਈ ਕਰ ਦਿਓ। ਠੀਕ ਹੈ ਬੇਟਾ ਜੀ, ਤਾਂ ਆਪਣੇ ਕੋਲ ਦੇਖੋ ਕਿੰਨਾ ਬਣ ਗਿਆ 13 ਇੰਟੂ 2 ਨੂੰ 5 ਟਾਈਮਸ ਕਰੋ। ਠੀਕ ਹੈ, 2 ਨੂੰ 5 ਟਾਈਮਸ ਕਰੋ, ਦੇਖੋ 2 ਇੰਟੂ 2 ਇੰਟੂ 2 ਇੰਟੂ 2 ਇੰਟੂ 2 ਡਿਵਾਈਡਡ ਬਾਈ 5 ਅਤੇ 2 ਕੀ ਬਣ ਗਿਆ ਆਪਣੇ ਕੋਲ 10। ਠੀਕ ਹੈ, ਮਲਟੀਪਲਾਈ ਹੋ ਜਾਣਗੇ ਕਿਉਂਕਿ ਪਾਵਰ ਸੇਮ ਹੈ ਇਹਨਾਂ ਦੀ। ਉੱਪਰ ਕਿੰਨਾ ਆ ਗਿਆ ਆਪਣੇ ਕੋਲ 5। ਠੀਕ ਹੈ, ਹੁਣ ਤੁਸੀਂ ਇਹਨੂੰ ਮਲਟੀਪਲਾਈ ਕਰੋ, ਥੋੜ੍ਹਾ ਮਲਟੀਪਲਾਈ ਕਰਕੇ ਕਿੰਨਾ ਆ ਗਿਆ ਆਪਣੇ ਕੋਲ 416। ਨੀਚੇ ਕਿੰਨੇ ਆ ਗਏ 1 2 3 4 5 ਜ਼ੀਰੋਸ। ਹੁਣ ਤੁਸੀਂ ਰਾਈਟ ਸਾਈਡ ਤੋਂ 5 ਡਿਜਿਟ ਬਾਅਦ ਕੀ ਲਾ ਦੋਗੇ ਪੁਆਇੰਟ 1 2 3 4 5। ਠੀਕ ਹੈ, ਇਹ ਤੁਹਾਡਾ ਇਹਦਾ ਆਨਸਰ ਆ ਗਿਆ ਪੁਆਇੰਟਾਂ ਦੇ ਵਿੱਚ। ਇਹਦੀ ਦੇਖੋ ਸੈਕਿੰਡ ਕੁਐਸਚਨ ਕਰਵਾਉਣੀ ਆ। ਸੈਕਿੰਡ ਹੈ ਦੇਖੋ ਸੈਕਿੰਡ ਦਾ ਆਨਸਰ ਆਪਣੇ ਕੋਲ ਕੀ ਆਇਆ ਸੀਗਾ ਬੇਟਾ ਜੀ 17 ਡਿਵਾਈਡਡ ਬਾਈ 2 ਦੀ ਪਾਵਰ 3। ਠੀਕ ਹੈ, ਹੁਣ ਇਹ 'ਚ 5 ਨਹੀਂ ਹੈ ਤਾਂ ਅਸੀਂ 5 3 ਟਾਈਮਸ ਉੱਪਰ ਮਲਟੀਪਲਾਈ ਕਰੋਗੇ, 5 ਟਾਈਮਸ ਨੀਚੇ ਮਲਟੀਪਲਾਈ ਕਰੋਗੇ, 5 ਨੂੰ 3 ਟਾਈਮਸ। ਬਸ ਇਹ ਯਾਦ ਰੱਖਣਾ ਬੇਟਾ ਜੀ ਨੀਚੇ 10 ਦੇ ਫੈਕਟਰ ਬਣਾਉਣੇ ਆਪਾਂ ਨੇ। ਠੀਕ ਹੈ, 10 ਬਣ ਜਾਏ ਆਪਣੇ ਕੋਲ। ਹੁਣ ਦੇਖੋ 17 ਇੰਟੂ 5 ਨੂੰ 3 ਟਾਈਮਸ ਕੀਤਾ 125 ਡਿਵਾਈਡਡ ਬਾਈ ਨੀਚੇ 10 ਦੀ ਪਾਵਰ ਕੀ ਬਣ ਗਈ ਆਪਣੇ ਕੋਲ 3। ਠੀਕ ਹੈ, 17 ਨੂੰ 125 ਨਾਲ ਕੀਤਾ ਕਿੰਨਾ ਬਣ ਗਿਆ ਆਪਣੇ ਕੋਲ 1 2125 ਨੀਚੇ 1 ਦੇ ਨਾਲ 3 ਜ਼ੀਰੋਸ
ठीक है। अपने को आंसर कितना आ गया बेटा जी 2.125 राइट साइड तो 3 अखर बाद अपने को पॉइंट लग जाएगा। ठीक है जी। नैक्सट देखो बेटा जी ਜਿਹੜਾ ਲਾਸਟ ਸੀਗਾ ਉਹ ਆਪਣੇ ਕੋਲ ਕੀ ਸੀਗਾ 6/15 ਵਾਲਾ, ਇਹ ਕੈਂਸਲ ਆਊਟ ਹੋ ਗਏ। ਆਪਣੇ ਕੋਲ ਕਿੰਨਾ ਬਣ ਗਿਆ ਸੀ ਬੇਟਾ ਜੀ 2/5 ਰਹਿ ਗਿਆ ਸੀ। ਠੀਕ ਹੈ। ਸੇਮ ਇੱਦਾਂ ਹੀ 2/5 ਆ, ਇਹਨੂੰ 2 ਨਾਲ ਉੱਪਰ ਮਲਟੀਪਲਾਈ ਕਰ ਦਿਓ 2 ਨਾਲ ਨੀਚੇ, ਇਹ ਬਣ ਗਿਆ 4/10, ਕਿੰਨਾ ਆ ਗਿਆ ਬੇਟਾ ਜੀ 0.4। ਠੀਕ ਹੈ ਜੀ। बस बेटा जी ये क्वेश्चन ध्यान करने वेले इस गल का ध्यान रखना डिनोमीनेटर के जोड़े भाज गुणनखंड ने प्राइम फैक्टर ने 2 दी पावर n या 2 दी पावर m भी लिख सकते हैं इंटू 5 दी पावर n के रूप में होने चाहिए हैं। कले 2 और 5 हो, इस तो बिना जो कोई होर फैक्टर है तो आप नॉन टर्मीनेटेड रिपीटिंग डेसिमल एक्सपेंशन आखांगे। एक तुहानूं होर दसां बेटा जी कई बार 1 मार्क्स क्वेश्चन आ जाते हैं अपने कोल, जिवें अपने को रकम आ कोई, ठीक है चलो मैं लिखती हाँ 0.666 बार। हुण ये टर्मीनेटिंग है या नॉन टर्मीनेट रिपीटिंग की है कि केड़ा नंबर है जी। देखो बेटा जी ये जिहड़ा है रिपीटिंग हो गया, ठीक है ये हैगा अपने कोल है नॉन टर्मीनेटिंग, इहदा आंसर क्या नॉन टर्मीनेट रिपीटिंग है क्योंकि रिपीट हो रहे हैं। जे नॉन टर्म रिपीटिंग होंगे ना की होंगे ने रैशनल नंबरस। ठीक है कि पूछ लेंदा भी रैशनल ने कि इरैशनल ने, तो की नंबर हो गया अपने को रैशनल। जेडे नंबर की पूरी पूरी डिवीजन हो जाए ठीक है वो भी की होंगे ने रैशनल। पर कई बार जो आप डिवाइड करते हैं बेटा जी सारे लैटर्स ने नंबर ने वो अलग अलग आते हैं, ठीक है तो डिवीजन खत्म भी नहीं होंगी, तो की होंगे ने अपने को अपरमेय संख्यावां। ठीक है इरैशनल नंबर जे रिपीटिंग ने ये भी रैशनल च आ गए, जे पूरी पूरी डिवीजन होंगे बेटा जी ये भी रैशनल च आ गए, जे रिपीट नहीं होंगे तो डिवीजन खत्म नहीं होंगी वो की आ गए इरैशनल दे विच। ठीक है ये जिवें √2 भी इरैशनल आ, √3 भी इरैशनल आ। ठीक है बेटा जी इस चैप्टर को ध्यान नाल समझ लेना आ। वीडियो अच्छी लगी लाइक शेयर सब्सक्राइब जरूर कर देना। थैंक यू बेटा जी।